दिलां च ना वैर होवे, हवा च सियासतां दी घुलदी ना जहर होवे, भेद भाव नफरत मुके गुणा चौरिया, कदे भी ना किते कुछ प्यार दे बगैर होवे। सत श्री अकाल दोस्तों, मैं थोड़ा अपना सनी बब्बर ऑफ फेस टू फेस ਇਹ ਸ਼ੋ ਜਿਹੜਾ ਕਿਮੀ ਵਰਮਾ ਪ੍ਰੋਡਕਸ਼ਨਸ ਦੇ ਬੈਨਰ ਦੇ ਹੇਠ ਪ੍ਰੋਡਿਊਸ ਹੋ ਰਿਹਾ ਹੈ ਤੇ ਇਸ ਦੇ ਵਿੱਚ ਗੱਲਬਾਤ ਹੋਏਗੀ ਵੱਖੋ ਵੱਖ ਤਰੀਕੇ ਦੇ ਸੈਲੀਬ੍ਰਿਟੀਜ਼ ਦੇ ਨਾਲ। ਐਂਡ ਪਲੀਜ਼ ਲੈਟ ਮੀ ਐਕਸਪਲੇਨ, ਸੈਲੀਬ੍ਰਿਟੀ ਹਰ ਇੱਕ ਇਨਸਾਨ ਉਹ ਹੁੰਦਾ ਜਿਹੜਾ ਆਪੋ ਆਪਣੀ ਫੀਲਡ ਦਾ ਮਾਹਰ ਹੋਵੇ, ਭਾਵੇਂ ਉਹ ਡਾਕਟਰ ਹੋਵੇ, ਭਾਵੇਂ ਉਹ ਟੀਚਰ ਹੋਵੇ, ਫਿਲਮ ਮੇਕਰ ਹੋਵੇ ਜਾਂ ਉਹ ਇੱਕ ਸਪੋਰਟ ਬॉय ਵੀ ਹੋਵੇ। ਆਪੋ ਆਪਣੀ ਫੀਲਡ ਦੇ ਮਾਹਰ ਹੁੰਦੇ ਨੇ ਤੇ ਸੈਲੀਬ੍ਰਿਟੀਜ਼ ਹੁੰਦੇ ਨੇ ਤੇ ਸਾਡਾ ਮਕਸਦ ਪੋਜ਼ਿਟਿਵ એનર્ਜੀ ਇਸ ਸ਼ੋ ਦੇ ਵਿੱਚ ਆਪਣੇ ਆਡੀਅנס ਤੱਕ ਪਹੁੰਚਾਉਣ ਦਾ ਹੈ। ਤੇ ਜੋ ਪੋਜ਼ਿਟਿਵ એનર્ਜੀ ਪਹਿਚਾਉਣ ਵਾਲੀ ਮੁਟਿਆਰ ਸਾਡੇ ਨਾਲ ਹਾਜ਼ਰ ਹੈ, ਜਿਸ ਨੇ ਜ਼ਿੰਦਗੀ ਦੇ ਚੈਲੰਜਸ ਨੂੰ ਬੀਟ ਕੀਤਾ ਹੈ, ਆਪਣੇ ਇੱਕ ਮੁਕਾਮ ਦੇ ਉੱਤੇ ਅੱਜ ਉਹ ਖੜੀ ਹੈ, ਪਰ ਪੰਜਾਬ ਦੀਆਂ ਤੇ ਪੰਜਾਬੀ ਦੀਆਂ ਜੜ੍ਹਾਂ ਅੱਜ ਵੀ ਉਹਦੇ ਜ਼ਿਹਨ ਦੇ ਵਿੱਚ ਮਜ਼ਬੂਤ ਨੇ। ਸਵਾਗਤ ਕਰਦੇ ਹਾਂ ਸਾਡੀ ਪਿਆਰੀ ਭੈਣ ਲਵਪ੍ਰੀਤ ਚਾਹਲ ਦਾ। ਲਵਪ੍ਰੀਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਨੀ ਭਾਜੀ ਤੇ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ। Alright ladies and gentlemen, this is Punjaban USA. Lovepreet Chahal. ਦੇਖੋ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਆਡੀਅנס ਦਾ ਫਰਸਟ ਐਪੀਸੋਡ ਦੇ ਵਿੱਚ ਕਿ ਸਾਨੂੰ ਤੁਹਾਡਾ ਪਿਆਰ ਮੁਹੱਬਤ ਜਿਹੜਾ ਉਹ ਜ਼ਰੂਰੀ ਹੈ, ਕਿਉਂਕਿ ਮੈਂ ਇੱਕ ਬਹੁਤ ਸਿਰ ਪਹਿਲਾਂ ਗੱਲ ਲਿਖੀ ਸੀ ਕਿ ਮੰਗਣਾ ਜੇ ਹੋਵੇ ਉਸ ਰੱਬ ਕੋਲੋਂ ਮੰਗੀਏ, ਫੜ ਕੇ ਕਟੋਰਾ ਨਹੀਂ ਉਹ ਘਰ ਘਰ ਜਾਈਦਾ, ਹੋਰਾਂ ਦੀ ਖੁਸ਼ੀ 'ਚ ਜੇ ਸ਼ਰੀਕ ਹੋਣਾ ਆਵੇ ਨਾ, ਰੰਗ ਵਿੱਚ ਜਾ ਕੇ ਕਦੇ ਭੰਗ ਨਹੀਂ ਉਹ ਪਾਈਦਾ। ਸਨੀ ਬੱਬਰ ਨੇ ਮੰਗੀਆਂ ਨਹੀਂ ਦੌਲਤਾਂ ਜਹਾਨ ਤੋਂ, ਸਰੋਤਿਆਂ ਦੇ ਦਿਲਾਂ ਦਾ ਪਿਆਰ ਉਹਨੂੰ ਚਾਹੀਦਾ। ਤੁਹਾਡਾ ਪਿਆਰ ਮੁਹੱਬਤ ਅਸੀਂ ਅੱਜ ਹਾਜ਼ਰ ਕਰਨਾ ਹੈ, ਤੁਹਾਡੇ ਤੋਂ ਲੈਣਾ। ਇਹੀ ਦਾਤ ਖੁੱਲ ਕੇ ਵੰਡਿਓ। ਜੇ ਕ੍ਰਿਟਿਸਿਜ਼ਮ ਵੀ ਕਰਨਾ ਤਾਂ ਵਧੀਆ ਤਰੀਕੇ ਨਾਲ ਕਰਿਓ, ਆਪਣਾ ਪਰਸਪੈਕਟਿਵ ਸਾਨੂੰ ਦਿਓ ਕਿ ਅਸੀਂ ਕਿਵੇਂ ਹਰ ਚੀਜ਼ ਨੂੰ ਬੈਟਰ ਕਰ ਸਕੀਏ। ਲਵਪ੍ਰੀਤ, ਗੱਲਬਾਤ ਸ਼ੁਰੂ ਕਰਨੀ ਚਾਹੁੰਦੇ ਆਪਾਂ ਜ਼ਿੰਦਗੀ ਦੇ ਚੈਲੰਜਸ ਤੋਂ। ਲਾਈਫ ਇਜ਼ ਅ ਚੈਲੰਜ ਇਟਸੈਲਫ। ਕਿਵੇਂ ਮੰਨਦੇ ਹੋ ਜ਼ਿੰਦਗੀ ਦੇ ਚੈਲੰਜ ਨੂੰ ਬੀਟ ਕਰਨਾ? ਦੇਖੋ ਅਸਲ ਦੇ ਵਿੱਚ ਜ਼ਿੰਦਗੀ ਦੇਖੋ ਚੈਲੰਜ ਦੀ ਜੇ ਭਾਜੀ ਆਪਾਂ ਗੱਲ ਕੀਤੀ ਜਾਵੇ ਨਾ, ਜਦੋਂ ਜ਼ਿੰਦਗੀ ਸ਼ੁਰੂ ਹੁੰਦੀ ਹੈ ਨਾ, ਜਦੋਂ ਬੱਚਾ ਇੱਕ 9 ਮਹੀਨੇ ਕੋਖ ਦੇ ਵਿੱਚ ਹੁੰਦਾ ਨਾ, ਉਹ ਵੀ ਬਹੁਤ ਚੈਲੰਜਸ ਹੁੰਦੇ ਨੇ। ਉਹ ਚੈਲੰਜਸ ਇੱਕ ਮਾਂ ਵਾਸਤੇ ਵੀ, ਇੱਕ ਉਸ ਬੱਚੇ ਵਾਸਤੇ ਵੀ, ਇਸ ਦੁਨੀਆ ਤੇ ਆਉਣਾ, ਸੰਸਾਰ ਨੂੰ ਦੇਖਣਾ, ਉਹ ਸ਼ੁਰੂ ਕਰਨਾ, ਉਹ ਵੀ ਇੱਕ ਬਹੁਤ ਵੱਡਾ ਚੈਲੰਜ ਹੈ। ਫਿਰ ਉਸ ਚੈਲੰਜ ਤੋਂ ਤੁਸੀਂ ਸ਼ੁਰੂ ਹੋ ਕੇ ਜਦੋਂ ਤੁਸੀਂ ਆਪਣੀ ਜਵਾਨੀ ਦੇ ਪੜਾਅ 'ਚ ਪਹੁੰਚਦੇ ਹੋ, ਜਦੋਂ ਤੁਸੀਂ ਪਹੁੰਚਦੇ ਹੋ ਵੀ ਹਾਂ ਵੀ ਸਾਡੇ ਕੋਲ ਕਰੀਅਰ ਦੀ ਆਪਸ਼ਨ ਹੋਣੀ ਚਾਹੀਦੀ ਹੈ, ਜਿੱਥੋਂ ਕਿ ਆਪਾਂ ਪਹਿਲਾਂ ਵੀ ਆਪਾਂ ਐਜੂਕੇਸ਼ਨ ਬਾਰੇ ਆਪਾਂ ਗੱਲ ਕੀਤੀ ਸੀਗੀ, ਤੁਹਾਡਾ ਵੀ ਬਹੁਤ ਮੋਹ ਹੈ ਐਜੂਕੇਸ਼ਨ ਦੇ ਨਾਲ, ਮੇਰਾ ਵੀ ਬਹੁਤ ਮੋਹ ਹੈ ਐਜੂਕੇਸ਼ਨ ਦੇ ਨਾਲ। ਸੋ ਉਹ ਜਿਹੜੀ ਐਜੂਕੇਸ਼ਨ ਵਾਲੀ ਗੱਲ ਹੈ ਨਾ, ਤੇ ਉਹ ਮੋਹ ਨੂੰ ਲੈ ਕੇ ਉਸ ਚੈਲੰਜਸ ਨੂੰ ਹਰ ਇੱਕ ਪੜਾਅ ਦੇ ਉੱਤੇ, ਚਾਹੇ ਉਹ ਆਪਾਂ 8ਵੀਂ ਦੇ ਬੋਰਡ ਦੇ ਪੇਪਰ ਹੋ ਜਾਣ, 10ਵੀਂ ਦੇ ਬੋਰਡ ਦੇ ਪੇਪਰ ਹੋ ਜਾਣ, ਤੇ ਚਾਹੇ ਉਹ ਗਾਂ ਆਪਣਾ ਕਰੀਅਰ ਚੂਜ਼ ਕਰਨਾ ਹੋਵੇ, ਲਾਈਫ ਪਾਰਟਨਰ ਚੂਜ਼ ਕਰਨਾ ਹੋਵੇ, ਹਰ ਇੱਕ ਚੈਲੰਜ ਇਨਸਾਨ ਨੂੰ ਉਹ ਪਾਰ ਕਰਨਾ ਹੁੰਦਾ। ਉਹ ਇੱਕ ਖਰੇ ਉਹ ਪਰਮਾਤਮਾ ਕੋਈ ਢੋ ਮੇਲਾ ਬਣਾਉਂਦਾ, ਖਰੇ ਥੋੜੀ ਬਹੁਤੀ ਇੱਕ ਉਸ ਇਨਸਾਨ ਦੀ ਮਿਹਨਤ ਹੁੰਦੀ ਹੈ, ਉਹ ਜਜ਼ਬਾ ਹੁੰਦਾ ਹੈ ਕਿ ਮੈਂ ਕੁਛ ਆਪਣੀ ਜ਼ਿੰਦਗੀ ਦੇ ਵਿੱਚ ਕਰਨਾ ਹੈ। ਸੋ ਇਹ ਚੈਲੰਜਸ ਬਹੁਤ ਜ਼ਿਆਦਾ ਦੇਖੇ ਨੇ। ਇੱਕ ਸਪੈਸ਼ਲੀ ਇੱਕ ਵਾਰ ਸਭ ਤੋਂ ਵੱਡਾ ਚੈਲੰਜ ਇਸ ਦੁਨੀਆ ਦੇ ਵਿੱਚ ਇਹ ਹੈ ਕਿ ਇੱਕ ਔਰਤ ਹੋ ਕੇ, ਇੱਕ ਕੁੜੀ ਹੋ ਕੇ ਇਸ ਸੰਸਾਰ ਦੀ, ਇਸ ਦੁਨੀਆ ਦੀਆਂ ਜਿਹੜੀਆਂ ਨੈਗੇਟਿਵ ਚੀਜ਼ਾਂ ਨੇ ਉਹਨਾਂ ਤੋਂ ਉੱਭਰ ਕੇ ਆਉਣਾ ਤੇ ਆਪਣੀ ਇੱਕ ਪਛਾਣ ਬਣਾਉਣਾ, ਉਹ ਵੀ ਮੇਰੇ ਵਾਸਤੇ ਬਹੁਤ ਵੱਡਾ ਚੈਲੰਜ ਹੈ। ਦੇਖੋ ਤੁਸੀਂ ਜਜ਼ਬੇ ਦੀ ਗੱਲ ਕੀਤੀ ਹੈ, ਬਹੁਤ ਅੱਛੇ ਰਾਈਟਰ ਜਿਨ੍ਹਾਂ ਨੇ ਗਾਣਾ ਲਿਖਿਆ ਸੀਗਾ ਜ਼ਿੰਦਗੀ ਔਰ ਕੁਝ ਵੀ ਨਹੀਂ ਤੇਰੀ ਮੇਰੀ ਕਹਾਣੀ ਹੈ, ਉਹਨਾਂ ਨੇ ਗੱਲ ਕਹੀ ਐਪੀਸੋਡ ਦੇ ਵਿੱਚ, ਕਹਿੰਦੇ ਹੌਸਲਾ ਜਿੱਤਦਾ ਹੈ, ਹਥਿਆਰ ਨਹੀਂ ਜਿੱਤਦੇ। ਬਿਲਕੁਲ ਤੁਹਾਡਾ ਜਿਹੜਾ ਹੌਸਲਾ ਹੈ, ਜਿੰਨਾ ਚਿਰ ਉਹ ਕਾਇਮ ਹੈ, ਤੁਹਾਡਾ ਜਜ਼ਬਾ ਕਾਇਮ ਹੈ, ਤੁਹਾਨੂੰ ਕੋਈ ਦੁਨੀਆ ਦੇ ਵਿੱਚ ਕੋਈ ਤਾਕਤ ਮਾਤ ਨਹੀਂ ਦੇ ਸਕਦੀ। ਤੇ ਜਦੋਂ ਇੱਥੇ ਆਉਨੇ ਹੋ, ਅਮਰੀਕਾ ਦੇ ਵਿੱਚ ਆਉਨੇ ਹੋ, ਕੀ ਪੈਸ਼ਨ ਸੀਗਾ ਕਿ ਨਰਸਿੰਗ ਫੀਲਡ ਵੱਲ ਹੀ ਜਾਣਾ ਹੈ,
ਕਿਉਂ ਉਧਰ ਨੂੰ ਗਏ ਹੋ? ਕਿਉਂਕਿ ਹਰ ਇੱਕ ਬੰਦਾ ਕੋਈ ਨਾ ਕੋਈ ਜਿਹੜਾ ਪੈਸ਼ਨ, ਕੋਈ ਜਿਹੜੀ ਚੀਜ਼ ਸਾਨੂੰ ਕਹਿੰਦਾ ਟੁੰਬਦੀ ਹੈ ਕਿ ਯਾਰ ਮੈਂ ਇਸੇ ਫੀਲਡ ਵੱਲ ਜਾਵਾਂ, ਮੈਂ ਇਸੇ ਫੀਲਡ ਵੱਲ। ਹਰ ਇੱਕ ਬੰਦਾ ਆਪਣੇ ਪੈਸ਼ਨ ਲਈ ਜਾਣਾ ਚਾਹੁੰਦਾ, ਕਿਉਂਕਿ ਪੈਸਾ ਹਰ ਪ੍ਰੋਫੈਸ਼ਨ ਦੇ ਵਿੱਚ। ਬਿਲਕੁਲ ਬੇਸ਼ੱਕ ਤੁਸੀਂ ਕੰਸਟਰਕਸ਼ਨ ਵਰਕਰ ਹੋ, ਬੇਸ਼ੱਕ ਤੁਸੀਂ ਟੀਚਰ ਹੋ, ਡਾਕਟਰ ਹੋ, ਕੁਝ ਵੀ ਹੋ, ਪੈਸੇ ਨੂੰ ਤਰਜੀਹ ਨਹੀਂ ਤੁਸੀਂ ਦਿੱਤੀ, ਤੁਸੀਂ ਆਪਣੇ ਪੈਸ਼ਨ ਲਈ ਗਏ ਹੋ। ਪਲੀਜ਼ ਐਕਸਪਲੇਨ ਦਾ ਪੈਸ਼ਨ। ਉਹ ਪੈਸ਼ਨ ਕਿਵੇਂ ਆਇਆ? ਦੇਖੋ ਪੈਸ਼ਨ ਸ਼ੁਰੂ ਦੇ ਵਿੱਚ ਮੇਰੇ ਤੇ ਇਹ ਸੀਗਾ ਕਿ ਮੈਨੂੰ ਪੜ੍ਹਾਈ ਦਾ ਬਹੁਤ ਚਾਅ ਸੀ, ਸ਼ੁਰੂ ਤੋਂ ਹੀ ਸੀ। ਜਦੋਂ ਮੈਂ 2008 ਦੇ ਵਿੱਚ ਇੱਥੇ ਆਈ ਹਾਂ, ਆਪਣਾ ਮੈਂ 3rd ਈਅਰ ਬੈਚਲਰ ਆਫ ਕਾਮਰਸ ਦਾ ਛੱਡ ਕੇ ਆਈ ਹਾਂ। ਮੈਨੂੰ ਉਹ ਪਤਾ ਹੈ ਕਿ ਮੇਰੇ ਦਿਲ ਦੇ ਵਿੱਚ ਅਧੂਰਾਪਨ ਰਹਿ ਗਿਆ ਸੀਗਾ ਕਿ ਮੇਰੇ ਕੋਲੋਂ ਮੇਰੀ ਬੈਚਲਰ, ਮੈਂ ਇੰਨੇ ਕੰਢੇ ਤੇ ਪਹੁੰਚੀ ਹੋਈ ਸੀ, ਲਾਸਟ ਈਅਰ ਸੀਗਾ, ਮੈਂ ਉਹਦੇ ਫਾਈਨਲ ਪੇਪਰ ਨਹੀਂ ਸੀ ਦੇ ਸਕਦੀ। ਮੇਰੀ ਜਿਹੜੀ ਸਕੂਲ ਕਾਲਜ ਦੀ SD ਕਾਲਜ ਆਫ ਵੂਮਨ ਜਲੰਧਰ ਤੋਂ ਪੜ੍ਹੀ ਹਾਂ ਮੈਂ, ਉਹਨਾਂ ਦੇ ਜਿਹੜੇ ਪ੍ਰਿੰਸੀਪਲ ਸੀਗੇ ਉਹ ਮੈਨੂੰ ਲੀਵਿੰਗ ਸਰਟੀਫਿਕੇਟ ਨਹੀਂ ਸੀ ਦੇ ਰਹੇ। ਕਾਰਨ ਇਹ ਸੀਗਾ ਕਿ ਉਹ ਕਹਿੰਦੇ ਵੀ ਇਹ ਕੁੜੀ ਜਿਹੜੀ ਹੈਗੀ ਸਾਡੇ ਕੋਲ ਮੈਰਿਟ ਦੇ ਵਿੱਚ ਆਈ ਸੀਗੀ ਪਿਛਲੇ ਸਾਲ, ਐਤਕੀ ਫਿਰ ਇਹਨੇ ਮੈਰਿਟ ਦੇ ਵਿੱਚ ਆਉਣਾ ਹੈ। ਕਹਿਣ ਦਾ ਭਾਵ ਹੈ ਉਹ ਜਹਾਜ਼ ਦਾ ਇੰਜਨ ਗਵਾਉਣਾ ਨਹੀਂ ਸੀ ਚਾਹੁੰਦਾ। ਨਹੀਂ ਗਵਾਉਣਾ, ਇਹੀ ਤਾਂ ਪਾਇਲਟ ਆ ਸਾਡਾ। ਜੇ ਇਹੀ ਉੱਡ ਗਿਆ ਤਾਂ ਜਹਾਜ਼ ਚਲਾਊਗਾ। ਬਿਲਕੁਲ ਕਿਉਂਕਿ 2nd ਈਅਰ ਦੇ ਵਿੱਚ ਮੈਂ ਮੈਰਿਟ ਵਿੱਚ ਆਈ ਸੀਗੀ ਤੇ ਬੈਚਲਰ ਆਫ ਕਾਮਰਸ ਆਨਰਸ ਦੇ ਵਿੱਚ, ਤੇ ਉਹ 3rd ਈਅਰ ਦੇ ਵਿੱਚ ਮੈਨੂੰ ਜਾਣ ਨਹੀਂ ਸੀ ਦੇਣਾ ਚਾਹੁੰਦੇ ਹੈ। ਤੇ ਇਧਰੋਂ ਮੇਰੇ ਮੰਮੀ ਡੈਡੀ ਹੁਣੀ ਕਹਿੰਦੇ ਸੀਗੇ ਵੀ ਅਸੀਂ ਤਾਂ ਅਮਰੀਕਾ ਜਾ ਰਹੇ ਆ, ਵੀ ਏਦਾਂ ਕਿੱਦਾਂ ਹੋ ਸਕਦਾ ਹੈ ਵੀ ਸਾਨੂੰ ਲਿਵਿੰਗ ਸਰਟੀਫਿਕੇਟ ਨਾ ਮਿਲੇ। ਫਿਰ ਜਿੱਦਾਂ ਕਿਤਾ ਕਰਕੇ ਸਾਨੂੰ ਲਿਵਿੰਗ ਸਰਟੀਫਿਕੇਟ ਮਿਲਿਆ, ਮਿਲ ਕੇ ਫਿਰ ਅਸੀਂ ਇੱਥੇ ਆਏ ਤੇ ਇੱਥੇ ਆ ਕੇ ਇੱਕ ਵੱਖਰੀ ਦੁਨੀਆ ਮੈਨੂੰ ਦੇਖਣ ਨੂੰ ਮਿਲੀ, ਜੋ ਕਿ ਵੀ ਸ਼ਾਇਦ ਡੈਡੀ ਹੁਣਾਂ ਦੇ ਹੁੰਦਿਆਂ ਮੈਨੂੰ ਕਦੀ ਇੰਡੀਆ ਦੇ ਵਿੱਚ ਦੇਖਣ ਨੂੰ ਨਹੀਂ ਸੀ, ਪੰਜਾਬ 'ਚ ਨਹੀਂ ਸੀ ਦੇਖਣ ਨੂੰ। ਕਲਚਰ ਸ਼ੌਕ ਤੁਹਾਨੂੰ ਦੇਖਣ ਨੂੰ ਮਿਲਿਆ? ਕਲਚਰ ਸ਼ੌਕ ਦੇਖਣ ਨੂੰ ਮਿਲਿਆ। ਇੱਥੇ ਬੱਚਿਆਂ ਨੂੰ ਕੰਮ ਕਰਨਾ ਪੈਂਦਾ, ਸਾਡੇ ਵਰਗੇ ਉੱਥੇ ਜਿਹੜੇ ਨਿਆਣੇ ਜਿਨ੍ਹਾਂ ਦੇ ਹੁੰਦੇ ਨੇ ਉਹਨਾਂ ਦੇ ਪੇਰੈਂਟਸ ਕਰਦੇ ਨੇ ਉਹ, ਵੀ ਜਦ ਤੱਕ ਸਾਡੀ ਪੜ੍ਹਾਈ ਨਹੀਂ ਪੂਰੀ ਹੁੰਦੀ ਹੈਗੀ ਅਸੀਂ ਕੰਮ ਨਹੀਂ ਕਰਨਾ। ਬਿਲਕੁਲ। ਸੋ ਸੋਨੇ, ਪੰਜਾਬ ਤੋਂ ਤੁਸੀਂ ਉੱਥੇ ਜੰਮੇ ਪਲੇ ਹੋ, ਉੱਥੋਂ ਜਦੋਂ ਇੱਥੇ ਆਏ ਹੋ, ਆਪਣੇ ਕਲਚਰ ਨੂੰ ਬੰਦਾ ਭੁਲਾ ਨਹੀਂ ਸਕਦਾ। ਸਾਡੀਆਂ ਜੜ੍ਹਾਂ ਜਿਹੜੀਆਂ ਉਹ ਸਾਡੇ ਨਾਲ ਹਮੇਸ਼ਾ ਜੁੜੀਆਂ ਰਹਿਣੀਆਂ ਨੇ। ਅੱਜ ਵੀ ਕਿਹੋ ਜਿਹੇ ਐਫਰਟਸ ਜਿਹੜੇ ਨੇ ਉਹ ਲਵਪ੍ਰੀਤ ਚਾਹਲ ਔਰ ਸੋਨੀਆ ਕੌਰ ਚਾਹਲ ਦਾ ਦੋਨੇ ਨਾਂ ਲੈ ਰਹੇ ਹਨ, ਤਾਂ ਕਿ ਸਾਡੇ ਆਡੀਅנס ਨੂੰ ਪਤਾ ਲੱਗ ਜਾਵੇ। ਥੱਲੇ ਸਕਰੀਨ ਤੇ ਪੂਰਾ ਨਾਂ ਆ ਰਿਹਾ, ਪਰ ਇਹ ਸਾਡੀ ਚੁਲਬੁਲੀ ਭੈਣ ਹੈ ਛੋਟੀ, ਇਹ ਗੱਲਾਂ ਬੜੇ ਪਿਆਰੀਆਂ ਕਰਦੀ ਹੈ, ਹਸਾਉਂਦੀ ਤੇ ਨਾਲ ਆਪ ਵੀ ਖੁਸ਼ ਰਹਿੰਦੀ ਹਮੇਸ਼ਾ। ਤੇ ਉਹ ਜੜ੍ਹਾਂ ਨੂੰ ਫਿਰ ਅੱਜ ਵੀ ਕਿਵੇਂ ਜੁੜੇ ਹੋਏ ਹੋ ਕਮਿਊਨਿਟੀ ਦੇ ਵਿੱਚ? ਕਿਹੋ ਜਿਹੇ ਐਫਰਟਸ ਜਿਹੜੇ ਅੱਜ ਵੀ ਚੱਲ ਰਹੇ? ਜੇ ਆਪਾਂ ਕਮਿਊਨਿਟੀ ਦੀ ਗੱਲ ਕੀਤੀ ਜਾਵੇ, ਕਹਿੰਦੇ ਨਹੀਂ ਹੁੰਦੇ ਕਿ ਪੰਜਾਬ ਤੋਂ ਪੰਜਾਬੀ ਜਿੱਥੇ ਮਰਜ਼ੀ ਚੱਲ ਜਾਵੇ ਪਰ ਉਹਦੇ ਵਿੱਚੋਂ ਪੰਜਾਬ ਨਹੀਂ ਕਦੀ ਨਿਕਲ ਸਕਦਾ ਹੈਗਾ। ਤਾਂ ਉਹੀ ਸਾਡੇ ਹੁਣ ਰੂਹਾਂ ਦੇ ਵਿੱਚ ਵਸਿਆ ਹੋਇਆ ਉਹ ਪੰਜਾਬ। ਸਭ ਤੋਂ ਪਹਿਲਾਂ ਤੇ ਜਦੋਂ ਅਸੀਂ ਪੰਜਾਬੀ 'ਚ ਕਿਸੇ ਨਾਲ ਜਾ ਕੇ ਗੱਲ ਕਰਦੇ ਹਾਂ, ਹੁਣ ਵੀ ਜੇ ਮੈਂ ਕਿਤੇ ਇੰਡੀਆ ਵਾਪਸ ਜਾਂਦੀ ਹਾਂ, ਮੈਂ ਹੁਣ ਵੀ ਇਸੇ ਹਿਸਾਬ ਦੇ ਨਾਲ ਹੀ ਪੰਜਾਬੀ ਦੇ ਵਿੱਚ ਹੀ ਗੱਲ ਕਰਦੀ। ਮੈਨੂੰ ਹਮੇਸ਼ਾ ਸਾਰੇ ਜਿਹੜੇ ਕਹਿੰਦੇ ਵੀ ਤੂੰ ਠੇਠ ਹੀ ਬੋਲਦੀ ਆ, ਮੈਂ ਕਿਹਾ ਮੈਂ ਸਿੱਖੀ ਹੋਈ ਠੇਠ ਆ। ਬਿਲਕੁਲ, ਵਾਕਈ ਤੁਸੀਂ ਠੇਠ ਬੋਲਦੇ ਹੋ ਔਰ ਹਾਸਾ ਵੀ ਪੂਰਾ ਠੇਠ ਹੈ। ਹਾਸਾ ਵੀ ਠੇਠ ਹੈ। ਤੋ ਪਿੰਡ ਦੀ ਗਾਈ ਆ ਮੈਂ, ਆਈ ਮੱਧ ਵਰਗ ਪਰਿਵਾਰਾਂ ਚੋਂ, ਪਰ ਸੋਹਣ ਚਿੜੀ ਦੀਆਂ ਡਾਰਾਂ ਚੋਂ, ਸਿਰ ਤੇ ਜਿਸ ਦੇ ਨਿਰਭਉ ਨਿਰਵੈਰ, ਤਾਂ ਹੀ ਦਿਸਦੀ ਲੱਖ ਹਜ਼ਾਰਾਂ ਚੋਂ, ਤਾਂ ਹੀ ਦਿਸਦੀ ਲੱਖ ਹਜ਼ਾਰਾਂ ਚੋਂ। ਸੋ ਇਸ ਕਰਕੇ ਪਹਿਲਾਂ ਤਾਂ ਇਹ ਚੀਜ਼ ਹੈਗੀ ਆ। ਫਿਰ ਸਾਡੇ ਘਰ ਦੇ ਵਿੱਚ ਹੁਣ ਮੇਰਾ ਬੇਟਾ 10 ਸਾਲਾਂ ਦਾ ਹੈ, ਉਹਦੇ ਨਾਲ ਵੀ ਅਸੀਂ ਪੰਜਾਬੀ ਦੇ ਵਿੱਚ ਹੀ ਗੱਲ ਕਰੀਦੀ ਹੈ। ਚਲੋ ਇੱਥੇ ਸਾਨੂੰ ਹੁਣ ਜਿੱਥੋਂ ਦੇ ਹੈਗੇ ਆ ਉੱਥੋਂ ਵਾਂਗੂ ਵੀ ਸਾਨੂੰ ਰਹਿਣਾ ਚਾਹੀਦਾ। ਤੇ ਜਿੱਦਾਂ ਹੁਣ ਉਹ ਇੰਗਲਿਸ਼ ਬੋਲਦਾ, ਬਾਹਰ ਆਪਣੀ ਇੰਗਲਿਸ਼ ਗੱਲ ਕਰਦਾ, ਪਰ ਘਰੇ ਆ ਕੇ ਵੀ ਸਾਡੇ ਨਾਲ ਉਹਨੇ ਇੰਗਲਿਸ਼ ਦੇ ਵਿੱਚ ਹੀ, ਪੰਜਾਬੀ ਦੇ ਵਿੱਚ ਹੀ ਗੱਲ ਕਰਨੀ ਹੈ। ਜੇ ਉਹ ਇੰਗਲਿਸ਼ ਬੋਲਦਾ ਉਹਨੂੰ ਕਹਿੰਦੇ ਇਹਨੂੰ ਪੰਜਾਬੀ 'ਚ ਬੋਲ ਕੇ ਫੇਰ ਦੱਸ। ਵਧੀਆ ਰੂਲ ਬਣਾਇਆ ਹੋਇਆ। ਹਾਂਜੀ। ਇਸ ਤੋਂ ਬਾਅਦ ਇਹ ਤੇ ਦੂਸਰਾ ਪੰਜਾਬੀਅਤ ਦੇ ਨਾਲ ਜੁੜਨ ਵਾਸਤੇ ਸਭ ਤੋਂ ਪਹਿਲਾਂ ਜਿਹੜਾ ਮੈਂ ਇੱਕ ਕੀਤਾ ਸੀਗਾ ਕਿ ਇੱਕ ਮੈਂ ਸ਼ੋਅ ਕਰਦੀ ਹੁੰਦੀ ਸੀਗੀ, ਉਹਦਾ ਨਾਂ ਸੀ ਖਿੜੀ ਦੁਪਹਿਰ, ਸ਼ਾਇਦ ਦੇਖਿਆ ਹੋਵੇ। ਉਹ ਮੈਂ ਐਜ਼ ਅ ਸ਼ੌਂਕੀਆ ਤੌਰ ਦੇ ਉੱਤੇ ਕੀਤਾ ਸੀ, ਕਿਉਂਕਿ ਮੈਨੂੰ ਬਹੁਤ ਸ਼ੌਂਕ ਸੀਗਾ ਕਿ ਮੈਂ ਜਦੋਂ ਮੈਂ ਉਹ ਸ਼ੋਅ ਦੇਖਦੀ ਹੁੰਦੀ ਸੀਗੀ ਕਿ ਮੈਂ ਵੀ ਉਸ ਥਾਂ ਤੇ ਜਾਵਾਂ, ਕਿਉਂਕਿ ਮੈਨੂੰ ਵੀ ਗੱਲਾਂ ਕਰਨ ਦਾ ਬਹੁਤ ਸ਼ੌਂਕ ਹੈ। ਤੁਹਾਨੂੰ ਚਾਹੀਦਾ ਵੀ ਮੈਨੂੰ ਕੋਈ ਇਹੋ ਜਿਹਾ ਮੰਚ ਹੋਵੇ ਜਿਸ ਵਿੱਚ ਆਪਣੀ ਰੂਹ ਦੀ ਖੁਰਾਕ ਪੂਰੀ ਕਰੇ, ਆਪਣੀ ਹੌਬੀ ਨੂੰ ਜਿਉਵਾਂ। ਕਿਉਂਕਿ ਦੇਖੋ 10 ਸਾਲ ਭਾਜੀ ਇੱਥੇ ਆ ਕੇ ਕੰਮ ਕੀਤਾ ਹੈ, ਇੱਥੇ ਆ ਕੇ ਹੋਰ ਕੁਛ ਨਹੀਂ ਕੀਤਾ, ਪੜ੍ਹਾਈ ਕੀਤੀ ਹੈ, ਕੰਮ ਕੀਤਾ ਹੈ, 2 ਜੌਬਾਂ ਕੀਤੀਆਂ ਨੇ, ਹਾਲੇ ਹੋਰ ਵੀ ਗਾਹ ਪੜ੍ਹ ਰਹੀ ਹਾਂ। ਪਰ ਮੈਂ ਚਾਹੁੰਦੀ ਸੀ ਕਿ ਜੋ ਚੀਜ਼ ਮੈਨੂੰ ਖੁਸ਼ ਕਰਦੀ ਹੈ, ਕਿਉਂਕਿ ਹੁਣ ਇਹ ਚਲੋ ਪੜ੍ਹਾਈ ਮੈਂ ਆਪਣੇ ਲਈ ਵੀ ਕੀਤੀ ਹੈ, ਮੇਰੀ ਫੈਮਿਲੀ ਲਈ ਵੀ ਹੈਗੀ, ਸਾਰਿਆਂ ਲਈ ਹੈ, ਪਰ ਜਿਹੜੀ ਚੀਜ਼ ਮੈਨੂੰ ਖੁਸ਼ ਕਰਦੀ ਹੈ ਉਹ ਮੈਨੂੰ ਖੁਸ਼ ਕਰਦੀ ਹੈ ਜਦੋਂ ਮੈਂ ਕੈਮਰਾ ਫੇਸ ਕਰਦੀ ਹਾਂ। ਵਾਹ, ਜਿਵੇਂ ਅੱਜ ਕਰ ਰਹੀ ਹਾਂ। ਸੋ ਮੈਨੂੰ ਬਹੁਤ ਚੰਗਾ ਲੱਗਦਾ ਹੈ। ਸੋ ਇਹ ਮੇਰੀ ਉਹ ਸ਼ੁਰੂਆਤ ਸੀਗੀ
ਸੀ, ਥੋੜਾ ਮੇਰਾ ਕੌਨਫੀਡੈਂਸ ਬਿਲਡ ਅਪ ਕਰਨ ਵਾਸਤੇ। ਤੇ ਉਹ ਬਹੁਤ ਵਧੀਆ ਮੈਨੂੰ 3 ਮਹੀਨਿਆਂ ਦਾ ਐਕਸਪੀਰੀਅੰਸ ਰਿਹਾ ਮੇਰੀ ਜ਼ਿੰਦਗੀ ਦੇ ਵਿੱਚ। ਮੈਂ ਹਮੇਸ਼ਾ ਚੈਰਿਸ਼ ਕਰਾਂਗੀ ਉਹਨਾਂ ਨੂੰ। ਤੇ ਉਸ ਤੋਂ ਬਾਅਦ ਜਦੋਂ ਇਹ ਪੈਜੈਂਟ ਹੋਇਆ ਆਪਣਾ ਮਿਸ ਐਂਡ ਮਿਸਿਸ ਪੰਜਾਬਣ USA 2021 ਦੇ ਵਿੱਚ, ਸੋ ਜਦੋਂ ਇਹ ਚੀਜ਼ ਮੈਂ ਦੇਖੀ ਤੇ ਕਿੰਮੀ ਮੈਮ ਗੱਲ ਕਰ ਰਹੇ ਸੀਗੇ ਫੇਸਬੁੱਕ ਦੇ ਉੱਤੇ, ਤੇ ਜਦੋਂ ਮੈਂ ਦੇਖਿਆ ਮੈਂ ਇੰਨੀ ਖੁਸ਼ ਹੋਈ। ਮੇਰੇ ਤੇ ਜ਼ਮੀਨ ਆ ਥੱਲੇ, ਮੇਰੇ ਪੈਰ ਮੈਨੂੰ ਲੱਭਦੇ ਨਹੀਂ ਸੀ ਮੈਂ ਕਿੱਥੇ ਰੱਖਾਂ। ਬਸ ਨੱਚਣ ਲੱਗ ਗਈ ਕਿੱਥੇ ਹੋ ਰਿਹਾ, ਕਦੋਂ ਹੋ ਰਿਹਾ। ਤੇ ਜਦੋਂ ਮੈਂ ਸੁਣਿਆ ਮੈਂ ਕਿਹਾ LA 'ਚ ਹੋ ਰਿਹਾ, ਮੈਂ ਕਿਹਾ ਇਹ ਤਾਂ ਮੇਰੇ ਲਾਗੇ ਹੋ ਰਿਹਾ, ਇਹ ਤਾਂ ਮੈਂ ਓਪਰਚੁਨਿਟੀ ਛੱਡ ਨਹੀਂ ਸਕਦੀ ਹੈਗੀ। ਮੈਂ ਬਹੁਤ ਜ਼ਿਆਦਾ ਐਕਸਾਈਟਡ ਸੀ ਕਿਉਂਕਿ ਮੈਂ ਇੰਨੇ ਆਪਣੇ YouTube ਦੇ ਉੱਤੇ ਵੀ ਨਾ ਬਹੁਤ ਪੈਜੈਂਟਸ ਦੇਖੇ ਹੋਏ ਆ, ਤੇ ਉਦਾਂ ਵੀ ਆਪਣੇ ਪੈਜੈਂਟਸ ਹੁੰਦੇ ਹੀ ਰਹਿੰਦੇ ਆ PTC ਵਾਲਿਆਂ ਵੱਲੋਂ, ਕਿੰਨੇ ਹੋਰ ਵੀ ਪਲੇਟਫਾਰਮਸ ਹੈਗੇ ਨੇ। ਸੋ ਮੈਂ ਚੀਜ਼ਾਂ ਦੇਖਦੀ ਸੀ, ਮੈਂ ਚਾਹੁੰਦੀ ਸੀ ਕਿ ਮੈਂ ਉਹ ਐਕਸਪੀਰੀਅੰਸ ਕਰਾਂ। ਪਹਿਲੀ ਮੇਰੀ ਇੰਟੈਂਸ਼ਨ ਇਹ ਸੀਗੀ ਕਿਉਂਕਿ ਮੈਂ ਉਹ ਖਿੜੀ ਦੁਪਹਿਰ ਹੋਸਟ ਕੀਤਾ ਹੋਇਆ ਸੀ, ਮੈਂ ਚਾਹੁੰਦੀ ਸੀ ਕਿ ਕਿੰਮੀ ਮੈਮ ਦੇ ਨਾਲ ਮੈਂ ਲੱਗ ਕੇ ਮੈਂ ਉਹਨਾਂ ਦਾ ਪ੍ਰੋਗਰਾਮ ਆਰਗੇਨਾਈਜ਼ ਕਰਾਂ। ਪਰ ਫਿਰ ਮੇਰੇ ਮਨ ਦੇ ਵਿੱਚ ਆਇਆ, ਮੈਂ ਕਿਹਾ ਵੀ ਨਹੀਂ, ਪਹਿਲਾਂ ਮੈਨੂੰ ਖੁਦ ਨੂੰ ਇਹ ਚੀਜ਼ ਫੀਲ ਕਰਨੀ ਚਾਹੀਦੀ ਹੈ, ਉਹਨੂੰ ਜਿਉਣਾ ਪਏਗਾ ਕਿ ਇਹ ਮੈਂ ਕਰਕੇ ਦੇਖਾਂ ਵੀ ਇਹਦੇ ਜਿਹੜਾ ਸਟੇਜ ਦੇ ਉੱਤੇ ਜਾਣ ਦਾ ਡਰ ਹੈ, ਜੋ ਉੱਥੇ ਪਰਫਾਰਮੈਂਸ ਪ੍ਰੈਸ਼ਰ ਹੈਗਾ, ਜੋ ਉਹ ਕਹਿੰਦੇ ਨਹੀਂ ਹੁੰਦੇ ਯੂ ਆਰ ਲਿਵਿੰਗ ਇਨ ਦੈਟ ਮੋਮੈਂਟ। ਸੋ ਉਹ ਤੁਸੀਂ ਮੋਮੈਂਟ ਦੇ ਵਿੱਚ ਜਦੋਂ ਜੀਣਾ ਉਹ ਮੈਂ ਐਕਸਪੀਰੀਅੰਸ ਕਰਨਾ ਚਾਹੁੰਦੀ ਸੀ ਕਿ ਤਾਂ ਕਿ ਜੇ ਮੈਂ ਕਿਤੇ ਫਿਊਚਰ ਦੇ ਵਿੱਚ ਕਿਸੇ ਨੂੰ ਗਾਈਡ ਵੀ ਕਰਾਂ ਨਾ, ਮੈਂ ਉਹਨਾਂ ਨੂੰ ਦੱਸ ਸਕਾਂ ਕਿ ਦਿਸ ਇਜ਼ ਹਾਊ ਯੂ ਗੋਨਾ ਫੀਲ, ਦਿਸ ਇਜ਼ ਹਾਊ ਯੂ ਗੋਨਾ ਗੋ ਥਰੂ, ਐਂਡ ਛੋਟੇ ਛੋਟੇ ਸਟੈਪਸ ਲੈ ਕੇ ਤੁਸੀਂ ਗਾਂਹ ਵਧਦੇ ਹੋ। ਇਹ ਮੇਰਾ ਜਿਹੜਾ ਮੰਤਵ ਸੀਗਾ ਇਸ ਮਿਸ ਐਂਡ ਮਿਸਿਸ ਪੰਜਾਬਣ ਨੂੰ ਕਰਨੇ ਦਾ, ਇਹ ਮੰਤਵ ਇੱਥੋਂ ਸ਼ੁਰੂ ਹੋਇਆ ਸੀਗਾ। ਦੇਖੋ ਮੈਨੂੰ ਖੁਸ਼ੀ ਹੈ ਕਿ ਲਵਪ੍ਰੀਤ ਦਾ ਨਾਂ ਅਨਾਉਂਸ ਕਰਨ ਦਾ ਮੈਨੂੰ ਸਵਾਲ ਮਿਲਿਆ ਸੀਗਾ, ਮਿਸਿਸ ਪੰਜਾਬਣ ਜਿਹੜੀ ਹੈ ਸਾਡੀ ਪਿਆਰੀ ਭੈਣ ਬਣੀ ਹੈ। Right, ladies and gentlemen, Mrs. Punjaban USA, Lovepreet Chahal. ਜਿਹੜਾ ਤੁਹਾਨੂੰ ਇਹ ਪਲੇਟਫਾਰਮ ਮਿਲਿਆ ਕਿੰਮੀ ਵਰਮਾ ਨੇ ਦਿੱਤਾ, ਉਹਨੂੰ ਗਾਂਹ ਜਿੱਦਾਂ ਤੁਸੀਂ ਹੁਣ ਗਰੂਮਿੰਗ ਦੀ ਗੱਲ ਕੀਤੀ ਆ, ਹੋਰਾਂ ਨੂੰ ਦੱਸਣ ਬਾਰੇ ਗੱਲ ਕੀਤੀ ਆ, ਉਹਨੂੰ ਫਿਰ ਗਾਂਹ ਕਿਵੇਂ ਵਧਾਉਣਾ ਚਾਹੁੰਦੇ ਹੋ? ਆਮ ਸ਼ੋਰ ਯੂ ਆਰ ਵੈਰੀ ਟੈਲੈਂਟਡ। ਕਲਚਰ ਦੀ ਆਪਾਂ ਤੀਆਂ ਦੀ ਗੱਲ ਕਰ ਲੈਂਦੇ ਫੋਰ ਐਗਜ਼ਾਮਪਲ, ਹੁਣ ਤੀਆਂ ਦੇ ਵਿੱਚ ਤੁਹਾਡੀ ਇੱਕ ਪਹਿਚਾਣ ਵੀ ਹੈ, ਤੁਸੀਂ ਕੰਪੀਟੀਸ਼ਨ ਜਿੱਤਿਆ, ਆਪਣੀ ਜਦੋਜਹਿਦ ਦੇ ਨਾਲ ਤੁਸੀਂ ਉਹਦੇ ਵਿੱਚ ਹਾਰਡ ਵਰਕ ਨਾਲ ਆਪਣਾ ਵਰਕ ਐਥਿਕ ਸ਼ੋ ਕੀਤਾ, ਫਿਰ ਤੀਆਂ ਵੱਲ ਨੂੰ ਕਿਵੇਂ ਰੁੱਖ ਮੋੜਿਆ? ਤੁਸੀਂ ਸਟੇਜ ਵੀ MC ਕਰਦੇ ਹੋ, ਕਿਉਂਕਿ ਮੈਨੂੰ ਲੱਗਦਾ ਵੀ ਜਿਹੜਾ ਕੈਮਰਾ ਫੇਸ ਕਰਨ ਦਾ ਪੈਸ਼ਨ ਤਾਂ ਹੈ ਹੀ ਹੈ, ਬਟ ਨਾਲ ਕਮਿਊਨਿਟੀ ਦੇ ਵਿੱਚ ਵਿਚਰਨ ਦਾ ਵੀ ਪੈਸ਼ਨ ਹੁੰਦਾ ਹੈ। ਬਿਲਕੁਲ ਕਿਉਂਕਿ ਮੈਂ ਕਾਲਜ ਦੇ ਟਾਈਮ ਤੇ ਆਪਣੇ ਸਕੂਲ ਦੇ ਟਾਈਮ ਤੇ ਗਿੱਧਾ ਵਿੱਚ ਤੇ ਉੱਥੇ ਜਿਹੜੇ ਡਰਾਮਾ ਸਕਿਟਸ ਵਗੈਰਾ ਹੁੰਦੀਆਂ ਸੀਗੀਆਂ, ਮੈਂ ਉਹ ਕਰਦੀ ਹੁੰਦੀ ਸੀ। ਸੋ ਉਹ ਕੀੜਾ ਅੰਦਰ ਰਹਿ ਜਾਂਦਾ ਹੈ, ਤੇ ਮੈਂ ਕਹਿੰਦੀ ਉਹ ਕੀੜੇ ਨੂੰ ਜਦੋਂ ਨਾ ਇੱਕੋ ਤਾਂ ਜ਼ਿੰਦਗੀ ਮਿਲਣੀ ਹੈ, ਉਹਨੂੰ ਮਰਨ ਨਹੀਂ ਦੇਣਾ ਚਾਹੀਦਾ। ਉਹਨੂੰ ਜਿੰਨਾ ਤੁਸੀਂ ਉਹਨੂੰ ਪਾਣੀ ਪਿਲਾਈ ਜਾਓਗੇ ਉਹ ਵਧੀ ਜਾਊਗਾ ਉਹਨਾਂ ਹੀ ਸਭ ਵਧੀਆ। ਦੇਖੋ ਮਤਲਬ ਕਹਿਣ ਦਾ ਤੁਸੀਂ ਆਪਣੀ ਰੂਹ ਦੀ ਖੁਰਾਕ ਦੇ ਬੂਟੇ ਨੂੰ ਡੇਲੀ ਪਾਣੀ ਪਾਉਂਦੇ ਰਹਿੰਦੇ ਆ, ਚਾਹੇ ਜਿੱਦਾਂ ਵੀ ਜੋ ਕੁਝ ਵੀ ਕਰਾਂ, ਮੈਂ ਕੁਝ ਨਾ ਕੁਝ ਛੋਟਾ ਕਰਾਂ। ਸੋ ਇਸੇ ਕਰਕੇ ਜਦੋਂ ਪਿਛਲੇ ਸਾਲ ਅਸੀਂ ਤੀਆਂ ਦਾ ਪ੍ਰੋਗਰਾਮ ਕੀਤਾ ਸੀਗਾ, ਉਹ ਛੋਟੀ ਅਸੀਂ 3-4 ਜਾਣੀਆਂ ਸੀਗੀਆਂ, ਅਸੀਂ ਇਕੱਠੀਆਂ ਹੋਈਆਂ, ਉਹ ਕਹਿੰਦੀਆਂ ਵੀ ਚਲੋ ਤੀਆਂ ਦਾ ਪ੍ਰੋਗਰਾਮ ਕਰਨਾ। ਮੈਂ ਕਿਹਾ ਕਰੋ, ਤੇ ਉਹ ਇੰਨਾ ਭਰਵਾਂ ਹੰਗਾਰਾ ਆਇਆ। ਮੈਂ 12 ਵਜੇ ਤੋਂ ਲੈ ਕੇ 5 ਵਜੇ ਤੱਕ ਉਹ ਸਟੇਜ ਸੰਭਾਲੀ ਸੀਗੀ, ਤੇ ਸਿਰਫ ਇੱਕ ਪਾਣੀ ਦੀ ਬ੍ਰੇਕ ਲਈ ਸੀ ਮੈਂ। ਦੇਖੋ ਹੋਸਟ ਕਰਨਾ, ਪ੍ਰੋਗਰਾਮ MC ਕਰਨਾ, ਮੈਂ ਆਡੀਅנס ਨੂੰ ਦੱਸਣਾ ਚਾਹੁੰਦਾ ਕਿ ਗਾਉਣਾ, ਇੱਕ ਸ਼ਾਟ ਦੇਣਾ ਤਾਂ ਪਾਸੇ ਹੋ ਜਾਣਾ ਬਹੁਤ ਸੌਖਾ ਕੰਮ ਹੈ, ਪਰ ਇੱਕ ਹੋਸਟ ਹੋਣਾ, ਸਟੇਜ ਨੂੰ MC ਕਰਨਾ, that is a very tough job। ਹਰ ਇੱਕ ਇਨਸਾਨ ਦੇ ਕਹਿ ਲਓ ਹੱਥ ਵੱਸ ਦੀ ਗੱਲ ਨਹੀਂ ਹੁੰਦੀ। ਕਮੈਂਟਸ ਜਿਹੜੇ ਕਈ ਵਾਰੀ ਆਪਾਂ ਨੂੰ ਝੱਲਣੇ ਪੈ ਜਾਂਦੇ ਆ, ਕੋਈ ਬੰਦਾ ਪੋਜ਼ਿਟਿਵ ਕਹਿੰਦਾ, ਕੋਈ ਨੈਗੇਟਿਵ ਕਹਿੰਦਾ, ਬਟ ਜਿਹੜੀ ਰੂਹ ਦੀ ਖੁਰਾਕ ਹੈ ਉਹਨੂੰ ਆਪਾਂ ਪੂਰੇ ਕਰਦੇ ਹਮੇਸ਼ਾ ਰਹਿਣਾ, ਤੇ ਕਰਦੇ ਪਹਿਲਾਂ ਵੀ ਰਹੇ। ਮੈਂ ਹੌਬੀਜ਼ ਦੀ ਗੱਲ ਕਰਨੀ ਚਾਹੁੰਦਾ। ਤੁਹਾਡੀਆਂ ਹੌਬੀਜ਼ ਮਲਟੀਪਲ ਟਾਈਪਸ ਦੀਆਂ ਨੇ। What is your favorite hobby? ਫੇਵਰਿਟ ਹੌਬੀ ਜੇ ਵੈਸੇ ਦੇਖਿਆ ਜਾਵੇ
ਸਭ ਤੋਂ ਜ਼ਿਆਦਾ ਮੇਰੀ ਫੇਵਰਿਟ ਹੌਬੀ ਹੈਗੀ ਹੈ ਕਿ ਮੈਂ ਨਾ ਇਕੱਲੀ ਹੋਵਾਂ ਤੇ ਮੈਂ ਸਿਰਫ ਗਾਣੇ ਸੁਣਾ ਬਹੁਤ ਉੱਚੀ ਉੱਚੀ ਆਵਾਜ਼ ਦੇ ਵਿੱਚ। ਵਾਹ ਵਾਹ। ਔਰ ਗਾਣੇ ਦੀ ਮੈਂ ਗੱਲ ਕਰਨੀ ਚਾਹੁੰਦਾ, ਲੈਟਸ ਗੋ ਬੈਕ ਟੂ ਦ ਪੈਜੈਂਟ। ਹਾਂਜੀ। ਉੱਥੇ ਸਵਾਲ ਤੁਹਾਨੂੰ ਸਟੇਜ ਤੇ ਹੋਇਆ ਜਦੋਂ ਆਪਣਾ ਕੁਐਸਚਨ ਆਨਸਰ ਰਾਉਂਡ ਸੀਗਾ, ਹਾਂਜੀ। ਉਹਦੇ ਵਿੱਚ ਸਵਾਲ ਲਵਪ੍ਰੀਤ ਨੂੰ ਕੀਤਾ ਕਿ ਤੁਹਾਡਾ ਫੇਵਰਿਟ ਸਿੰਗਰ ਕੌਣ ਹੈ, ਔਰ ਇੰਨਾ ਕਿ ਇਹਨਾਂ ਨੇ ਕੰਪਰੀਹੈਂਸਿਵ ਜਵਾਬ ਦਿੱਤਾ ਸੀ, ਉਹਨਾਂ ਨੇ ਸਾਰੇ ਪੱਖ ਰੱਖ ਲਏ, ਕਿਸੇ ਨੂੰ ਨਾਰਾਜ਼ ਨਹੀਂ ਕੀਤਾ। ਤੇ ਜਿੱਥੇ ਰਹੀ ਹੁਣ ਪੰਜਾਬੀ ਸਿੰਗਰਾਂ ਦੀ ਗੱਲ, ਬਹੁਤ ਸਾਰੇ ਨੇ। ਗੁਰਦਾਸ ਮਾਨ ਸਾਹਿਬ ਤੋਂ ਲੈ ਕੇ ਉਹਨਾਂ ਦਾ ਛੱਲਾ ਇੰਨਾ ਮਸ਼ਹੂਰ ਹੈ, ਕੁਲਦੀਪ ਮਾਣਕ ਸਾਹਿਬ ਦੀਆਂ ਕਲੀਆਂ, ਤੇ ਹੁਣ ਜੇ ਯੂਥ ਵਿੱਚ ਗੱਲ ਕੀਤੀ ਜਾਵੇ ਤੇ ਦਲਜੀਤ ਦੋਸਾਂਝ ਹੋਰਾਂ ਨੇ ਕਿੰਨੀ ਧੂਮ ਮਚਾਈ ਹੋਈ ਹੈ। ਸਾਡੀ ਯੂਥ ਨੂੰ ਇੰਨਾ ਇੰਸਪਾਇਰ ਕਰ ਰਹੇ ਨੇ, ਇੰਨੀਆਂ ਸੋਹਣੀਆਂ ਸੋਹਣੀਆਂ ਅੱਜ ਮੁੰਡੇ ਵੀ ਪੱਗਾਂ ਬੰਨਣ ਲੱਗ ਪਏ ਨੇ ਉਹਨਾਂ ਕਰਕੇ। ਸੋ ਸਾਰੇ ਇਹ ਜਿਹੜੇ ਸਿੰਗਰਸ ਨੇ ਜਿਹੜੇ ਪੁਰਾਣੇ ਸਾਡੇ ਨਾਲ ਅੱਜ ਤੱਕ ਚੱਲਦੇ ਆ ਰਹੇ ਨੇ, ਸੁਰਿੰਦਰ ਕੌਰ ਹੋਰਾਂ ਜੀ, ਉਹਨਾਂ ਦੀ ਅਸੀਂ ਗਾਣੇ ਦੇ ਉੱਤੇ ਇੱਥੇ ਪਰਫਾਰਮੈਂਸ ਕੀਤੀ, ਅਸੀਂ ਵਾਕ ਕੀਤੀ ਉਹਨਾਂ ਦੇ ਗਾਣੇ ਤੇ। ਸੋ ਸਾਰੇ ਦੇ ਸਾਰੇ ਜਿਹੜੇ ਪੁਰਾਣੇ ਸਿੰਗਰਸ ਨੇ ਤੇ ਅੱਜ ਦੇ ਜਿਹੜੇ ਸਾਡੀ ਯੂਥ ਨੂੰ ਇੰਸਪਾਇਰ ਕਰਦੇ ਨੇ, ਉਹ ਸਾਰੇ ਸਿੰਗਰ ਮੇਰੇ ਫੇਵਰਿਟ। ਉਹਨੂੰ ਥੋੜਾ ਕਲੈਰੀਫਾਈ ਕਰੋ ਵੀ ਇੰਨਾ ਕੰਪਰੀਹੈਂਸਿਵ ਐਡਮਿਨਿਸਟ੍ਰੇਟਿਵ ਤੁਸੀਂ ਆਨਸਰ ਦਿੱਤਾ ਹੈ, ਉਹ ਕਿਵੇਂ ਮਨ ਚ ਆ ਗਿਆ? ਕਿਉਂਕਿ ਦੇਖੋ ਜਦੋਂ ਮੈਂ ਉਸ ਸਟੇਜ ਤੇ ਉਸ ਵੇਲੇ ਦੇ ਨਾਲ ਖੜੀ ਸੀਗੀ ਨਾ, ਸੋ ਮੇਰੇ ਮਨ ਦੇ ਵਿੱਚ ਇਹੀ ਸੀਗਾ ਕਿ ਵੀ ਮੈਂ ਕੁਝ ਪ੍ਰਿਪੇਅਰ ਨਹੀਂ, ਵੀ ਆਪਾਂ ਕਦੀ ਵੀ ਮੈਂ ਜ਼ਿੰਦਗੀ ਦੇ ਵਿੱਚ ਇਹ ਸੋਚਦੀ ਹੁੰਦੀ ਜਦੋਂ ਵੀ ਕੋਈ ਪਿਓਰ ਕੁਝ ਕਰਨਾ ਹੋਵੇ ਨਾ, ਉਹਦੇ ਲਈ ਪ੍ਰੈਪਰੇਸ਼ਨ ਨਹੀਂ ਤੁਹਾਨੂੰ ਕਰਨੀ ਚਾਹੀਦੀ ਹੈ। ਔਰ ਮੈਂ ਇਹ ਗੱਲ ਦੱਸਣੀ ਚਾਹੁੰਦਾ, ਇਹ ਐਪੀਸੋਡ ਰਿਕਾਰਡਿੰਗ ਤੋਂ ਪਹਿਲਾਂ ਅਸੀਂ ਕੋਈ ਪ੍ਰੈਪਰੇਸ਼ਨ ਨਹੀਂ ਕੀਤੀ, ਅਸੀਂ ਨੈਚੁਰਲ ਹੀ ਚੱਲਣਾ ਚਾਹੁੰਦੇ ਸੀਗੇ, ਕਿਉਂਕਿ ਅਸੀਂ ਨੈਚੁਰਲ ਆਡੀਅנס ਦੇ ਸਾਹਮਣੇ ਪੇਸ਼ ਹੋਣਾ, ਕਿਉਂਕਿ ਫੇਸ ਟੂ ਫੇਸ ਦਾ ਮਤਲਬ ਹੀ ਹੁੰਦਾ ਹੈ ਨੋ ਰਿਹਰਸਲ, ਨੈਚੁਰਲ ਪਲੇ। ਆ ਜਾਓ ਫਿਰ। ਤੇ ਉਸ ਵੇਲੇ ਦੇ ਨਾਲ ਜਦੋਂ ਮੈਂ ਆਡੀਅנס ਵੱਲ ਵੇਖਿਆ ਤੇ ਜਦੋਂ ਉਹ ਸਵਾਲ ਮੈਨੂੰ ਪੁੱਛਿਆ ਗਿਆ ਤੇ ਉਸ ਆਡੀਅנס ਦੇ ਵਿੱਚ ਹਰ ਵਰਗ ਦੇ ਲੋਕ ਬੈਠੇ ਸੀ ਮੈਨੂੰ ਜੀ। ਸੋ ਬੱਚੇ ਵੀ ਸੀਗੇ, ਬਜ਼ੁਰਗ ਵੀ ਸੀਗੇ, ਯੰਗ ਜਨਰੇਸ਼ਨ ਵੀ ਸੀ। ਸੋ ਉਹਨਾਂ ਸਾਰਿਆਂ ਦੇ ਵਿੱਚ ਆਉਂਦੀ ਸੀਗੀ ਕਿ ਉਹ ਸਾਰੇ ਜਾਣੇ ਮੇਰੇ ਨਾਲ ਉਸ ਟਾਈਮ ਦੇ ਉੱਤੇ ਰਿਲੇਟ ਕਰਨ। ਸੋ ਇਸ ਕਰਕੇ ਕੁਲਦੀਪ ਮਾਣਕ ਸਾਹਿਬ ਦਾ ਵੀ ਨਾਂ ਲਿਆ ਮੈਂ, ਗੁਰਦਾਸ ਮਾਨ, ਹਾਂਜੀ ਬਿਲਕੁਲ, ਗੁਰਦਾਸ ਮਾਨ ਹੋਰਾਂ ਦਾ ਵੀ ਨਾਂ ਲਿਆ ਮੈਂ, ਸੁਰਿੰਦਰ ਕੌਰ ਹੋਰਾਂ ਦੇ ਗਾਣੇ ਤੇ ਅਸੀਂ ਵਾਕ ਕੀਤੀ ਸੀ, ਉਹਨਾਂ ਦਾ ਨਾਂ ਲਿਆ ਮੈਂ। ਤੇ ਉਸ ਤੋਂ ਬਾਅਦ ਪੱਗਾਂ ਵਾਲੇ ਇੰਨੇ ਸੋਹਣੇ ਸੋਹਣੇ ਮੁੰਡੇ ਬੈਠੇ ਹੋਏ ਸੀਗੇ, ਵਿੱਚੋਂ ਇੱਕ ਮੇਰੇ ਹਸਬੰਡ ਵੀ ਸੀਗੇ, ਉਹ ਵੀ ਪੱਗ ਬੰਨ੍ਹ ਕੇ ਬੈਠੇ ਹੋਏ ਸੀਗੇ। ਪਸੰਦ ਵੀ ਮੈਂ ਉਹਨਾਂ ਦੀ ਪੱਗ ਕਰਕੇ ਕੀਤਾ ਸੀ। ਵਾਹ ਵਾਹ ਵਾਹ। ਸੋ ਤਾਂ ਕਰਕੇ ਜਦੋਂ ਇਹ ਆਨਸਰ ਮੈਂ ਦੇਣਾ ਸੀਗਾ, ਸੋ ਮੈਂ ਉਸ ਸਾਰੇ ਵਰਗ ਦੇ ਆਡੀਅנס ਨੂੰ ਜਿਹੜੀ ਸੀ ਮੈਂ ਰੈਫਰੈਂਸ ਦੇਣਾ ਚਾਹੁੰਦੀ ਸੀ। ਸੋ ਇਸ ਕਰਕੇ ਮੇਰੇ ਦਿਮਾਗ 'ਚ ਉਹੀ ਆਨਸਰ ਆਇਆ। ਮੈਂ ਤੁਹਾਨੂੰ ਕਿਹਾ ਆਪਾਂ ਪ੍ਰਿਪੇਅਰ ਨਹੀਂ ਸੀ ਕੁਝ ਕੀਤਾ, ਜਿੱਦਾਂ ਮੈਨੂੰ ਮੋਰੇ ਦਿਸਿਆ ਮੈਂ ਉਸ ਹਿਸਾਬ ਦੇ ਨਾਲ ਆਨਸਰ ਦੇ ਦਿੱਤਾ। ਪੱਗ ਦੀ ਗੱਲ ਕੀਤੀ ਹੈ, ਪੱਗ ਸਾਡੀ ਪੰਜਾਬੀਅਤ ਦੀ ਸ਼ਾਨ ਹੈ, ਕਿਉਂਕਿ ਬਹੁਤ ਅੱਛੇ ਆਰਟਿਸਟ ਹੋਏ ਜਿਨ੍ਹਾਂ ਨੇ ਹਮੇਸ਼ਾ ਹੀ ਉਸ ਦਸਤਾਰ ਦਾ ਮਾਣ ਹਮੇਸ਼ਾ ਹਰ ਜਗ੍ਹਾ ਤੇ ਵਧਾਇਆ। ਉਹਨਾਂ ਵਿੱਚ ਦਲਜੀਤ ਦੋਸਾਂਝ ਹੈ, ਸਾਡਾ ਪਿਆਰਾ ਵੀ ਜੋ ਅੱਜ ਸਾਡੇ ਵਿੱਚ ਨਹੀਂ ਰਿਹਾ, ਸਿੱਧੂ ਮੂਸੇਵਾਲਾ, ਅਸੀਂ ਰਿਗਾਰਡ ਕਰਦੇ ਉਹਨਾਂ ਦੀ ਗਾਇਕੀ ਦਾ, ਜਿਉਂਦੇ ਰਹਿਣਗੇ ਉਹਨਾਂ ਦੇ ਗੀਤ ਹਮੇਸ਼ਾ ਆਉਂਦੇ ਸਮੇਂ ਦੇ ਵਿੱਚ ਵੀ। ਔਰ ਆਪਾਂ ਰੇਟਿੰਗ ਦੀ ਗੱਲ ਕਰਦੇ ਹਾਂ, ਥੋੜੇ ਹੁਣ ਸਵਾਲ ਜਿਹੜੇ ਫਾਸਟ ਮੈਂ ਪੁੱਛਣਾ ਚਾਹੁੰਦਾ, ਕਿਉਂਕਿ ਹਰ ਬੰਦਾ ਜ਼ਿੰਦਗੀ 'ਚ ਕਿਤੇ ਪਹੁੰਚਣਾ ਚਾਹੁੰਦਾ। ਬਿਲਕੁਲ। 1 to 10 ਜ਼ਿੰਦਗੀ 'ਚ ਇਸ ਵੇਲੇ ਕਿੱਥੇ ਮਹਿਸੂਸ ਕਰਦੇ ਹੋ ਆਪਣੇ ਆਪ? ਜੇ ਦੇਖਿਆ ਜਾਵੇ ਮੈਂ ਨਾ ਇੱਕ ਨੰਬਰ 'ਚ ਜਵਾਬ 6 ਹਾਂਜੀ। ਰੀਜ਼ਨ ਇੱਕ ਸੈਂਟੈਂਸ ਜਵਾਬ ਦੇ। ਇੱਕ ਸੈਂਟੈਂਸ ਜਵਾਬ ਇਹ ਕਿਉਂਕਿ ਜ਼ਿੰਦਗੀ ਸਟਰਗਲ ਹੈ। ਸੋ ਮੈਂ ਹਾਲੇ ਵੀ ਚਾਹੁੰਦੀ ਹਾਂ ਕਿ ਮੈਂ ਕਹਿੰਦੇ ਹੁੰਦੇ ਤੁਸੀਂ ਐਵਰੀਡੇ ਕੁਝ ਨਾ ਕੁਝ ਸਿੱਖਦੇ ਹੋ। ਸੋ ਮੈਂ ਹਰ ਦਿਨ ਕੁਝ ਨਾ ਕੁਝ ਹੋਰ ਸਿੱਖ ਕੇ ਆਪਣੇ ਆਪ ਨੂੰ ਹੋਰ ਬਿਹਤਰ ਕਰਨਾ ਚਾਹੁੰਦੀ ਹਾਂ। ਦੇਖੋ ਹਾਸੇ ਵਾਲੀ ਗੱਲ ਇਹਨਾਂ ਦਾ ਇੱਕ ਸੈਂਟੈਂਸ ਪੈਰਾਗ੍ਰਾਫ ਵਰਗਾ ਹੁੰਦਾ, ਜਿਵੇਂ ਐਲੈਬੋਰੇਟ ਕਰਕੇ ਗੱਲਬਾਤ ਕਰਦੇ ਨੇ। ਔਰ ਜਾਂਦੇ ਜਾਂਦੇ ਮੈਂ ਇੱਕ ਗੱਲ ਥੋੜੀ ਨਿੱਜੀ ਆਪਾਂ ਤੌਰ ਤੇ ਕਰਦੇ ਹਾਂ, ਜ਼ਿੰਦਗੀ ਦੇ ਵਿੱਚ ਹਰ ਬੰਦੇ ਕੁਝ ਫੀਅਰਸ ਹੁੰਦੇ ਨੇ ਜਿਹਨਾਂ ਨੂੰ ਓਵਰਕਮ ਕਰਨਾ ਚਾਹੁੰਦਾ ਹੈ। What is one fear that you feel that you have not overcome? ਮੈਂ ਆਪਣੇ ਆਪ ਤੇ ਮੈਨੂੰ ਲੱਗਦਾ ਮੈਂ ਇਮੋਸ਼ਨਲ ਬਹੁਤ ਆ, ਜਜ਼ਬਾਤੀ ਬਹੁਤ ਆ। ਮੈਂ ਬਹੁਤ ਡਿਸੀਜਨ ਜਿਹੜੇ ਹੈਗੇ ਆਪਣੀ ਜ਼ਿੰਦਗੀ ਦੇ ਮੈਂ ਬਹੁਤ ਇਮੋਸ਼ਨ ਦੇ ਉੱਤੇ ਬੇਸ ਕਰਕੇ ਲੈਂਦੀ ਆ। ਸੋ ਮੈਂ ਚਾਹੁੰਦੀ ਹਾਂ ਕਿ ਇਹ ਮੈਨੂੰ ਲੱਗਦਾ ਇੱਕ ਤਰ੍ਹਾਂ ਦੀ ਸਟਰੈਂਥ ਵੀ ਹੋ ਸਕਦੀ ਹੈ ਕਿਸੇ ਪੱਖ ਦੇ ਵਿੱਚ, ਤੇ ਪਰ ਇਹ ਵੀ ਫੇਅਰ ਹੈਗਾ ਕਿ ਸ਼ਾਇਦ ਕੋਈ ਮੇਰਾ ਇਮੋਸ਼ਨਲ ਹੋਣ ਦਾ ਕਿਤੇ ਫਾਇਦਾ ਵੀ ਚੁੱਕ ਸਕਦਾ। ਦੇਖੋ ਮੈਂ ਜਸਵੀਰ ਗੁਣਾਚੌਰੀਆ ਸਾਹਿਬ ਨੇ ਗੱਲ ਹਮੇਸ਼ਾ ਕਹਿਣਾ ਉਹਨਾਂ ਜਿਨ੍ਹਾਂ ਦੀ ਲਾਈਨਾਂ ਦੇ ਨਾਲ ਸ਼ੁਰੂਆਤ ਕੀਤੀ ਇਸ ਐਪੀਸੋਡ ਦੀ, ਮੈਂ ਕਿਹਾ ਭਾਜੀ ਤੁਸੀਂ ਇਹਨੇ ਜਜ਼ਬਾਤੀ ਹੋ ਕੇ ਇੰਡਸਟਰੀ ਦੇ ਵਿੱਚ ਨਹੀਂ ਸਕਦੇ। ਹਾਂਜੀ। ਤੁਸੀਂ ਹਰ ਚੀਜ਼ ਨੂੰ ਸੈਂਸਿਟਿਵ ਤਰੀਕੇ ਨਾਲ ਨਹੀਂ ਲੈ ਸਕਦੇ, ਫਿਰ ਤਾਂ ਤੁਸੀਂ ਕੰਮ ਹੀ ਨਹੀਂ ਕਰ ਸਕਦੇ। ਔਰ ਇਸ ਕਰਕੇ ਮੈਂ ਹਮੇਸ਼ਾ ਹੀ ਹਰ ਆਪਣੇ ਸਟੂਡੈਂਟਸ ਨੂੰ ਮੈਂ ਇਹੀ ਗੱਲ ਕਹਿਣਾ ਵੀ ਆਪਣਾ ਕੰਮ ਕਰੋ, long as you're happy, that's all that matters. Exactly. ਔਰ ਬੜੀ ਖੁਸ਼ੀ ਹੋਈ ਹੈ ਤੁਹਾਡੇ ਨਾਲ ਗੱਲਬਾਤ ਕਰਕੇ। ਮਿਸਿਸ ਪੰਜਾਬਣ 2021 ਸਾਡੇ ਨਾਲ ਸ਼ੁਰੂਆਤ ਹੋਈ ਹੈ ਇਸ ਐਪੀਸੋਡ ਦੀ। ਜਾਂਦੇ ਕੋਈ ਸੁਨੇਹਾ ਪੰਜਾਬੀਆਂ?
ਮੈਂ ਸਿਰਫ ਇਹ ਸਾਰਿਆਂ ਨੂੰ ਕਹਿਣਾ ਚਾਹੁੰਦੀ ਆ ਕਿ ਮੈਂ ਕਿਤੇ 2 ਲਾਈਨਾਂ ਪੜੀਆਂ ਸੀਗੀਆਂ ਕਿ ਆਪਣਾ ਜਿਹੜਾ ਸੁਭਾਅ ਹੈ ਤੁਸੀਂ ਪਾਣੀ ਵਰਗਾ ਰੱਖੋ। ਵਾਹ। ਜੇ ਕਿਤੇ ਤੁਸੀਂ ਡਿੱਗ ਪਾਓ ਹਾਂ। ਤੇ ਤੁਸੀਂ ਦਰਿਆ ਬਣ ਹਾਂ, ਜਾਓ, ਵਾਹ। ਤੇ ਜੇ ਕਿਤੇ ਤੁਸੀਂ ਵਗਣ ਲੱਗ ਜਾਓ ਤੇ ਤੁਸੀਂ ਨਦੀ ਬਣ ਜਾਓ। ਵਾਹ ਜੀ ਵਾਹ। ਜਿਵੇਂ ਦਰਿਆ ਚੱਲਦਾ ਹੈ ਨਦੀਆਂ ਤੋਂ ਬਾਅਦ ਸਮੁੰਦਰ ਬਣਦਾ ਹੈ। ਸਮੁੰਦਰ ਬਣਦਾ ਹੈ। और समुद्र वर्गा विशाल कुछ हो नहीं सकता, कुछ सारा कुछ सारा ਸਮਾ कुछ ਜਾਂਦਾ ਸਮਾ ਜਾਂਦਾ ਹੈ। ਔਰ ਬਹੁਤ ਅੱਛੀਆਂ ਗੱਲਾਂ ਬਾਤਾਂ ਸ਼ਾਇਦ ਉਮੀਦ ਕਰਦੇ ਤੁਹਾਨੂੰ ਪਸੰਦ ਆਏਗਾ ਸਾਡਾ ਐਪੀਸੋਡ ਫੇਸ ਟੂ ਫੇਸ ਦਾ ਜੋ ਕਿਮੀ ਵਰਮਾ ਹੁਣਾਂ ਦੀ ਪ੍ਰੋਡਕਸ਼ਨ ਦੇ ਅੰਦਰ ਆ ਰਿਹਾ ਹੈ। ਮਿਲਦੇ ਹਾਂ ਅਗਲੇ ਐਪੀਸੋਡ ਦੇ ਵਿੱਚ ਇੱਕ ਹੋਰ ਨਵੇਂ ਨਿਕੋਲ ਪਿਆਰੇ ਜਿਹੇ ਗੈਸਟ ਦੇ ਨਾਲ। ਤਦ ਤੱਕ ਦੇ ਲਈ ਪਿਆਰ ਭਰੀ ਸਤਿ ਸ੍ਰੀ ਅਕਾਲ।